कि ग्राउंड ते ਜਿਹੜੇ ਤੁਹਾਡੇ ਵਿਰੋਧੀ ਨੇ ਉਹ ਕਹਿੰਦੇ ਕਿ ਇਹਨਾਂ ਕੋਲ ਤਾਂ ਕੋਈ ਕੈਂਡੀਡੇਟ ਹੀ ਹੈ ਨਹੀਂ ਸੀ। ਕਹਿੰਦੇ ਅਕਾਲੀ ਦਲ ਤੋਂ ਬੰਦਾ ਲਿਆ ਕੇ ਰਾਤੋਂ ਰਾਤ ਜੁਆਇਨ ਕਰਾ ਕੇ ਅਗਲੇ ਦਿਨ ਇਹ ਕੌਣ ਕਹਿ ਰਿਹਾ? ਅਕਾਲੀ ਦਲ ਦੇ ਬੰਦੇ ਵੀ ਕਹਿੰਦੇ ਪਹਿਲੇ ਕਿ ਨਾਨ ਸੀਰੀਅਸ ਗੱਲ ਹੈਗੀ। ਇਸ਼ੂ ਇਹ ਹੈ, ਅਕਾਲੀ ਦਲ ਨੂੰ ਤੁਸੀਂ ਇਹ ਪੁੱਛੋ ਇਸ ਵਕਤ ਅਕਾਲੀ ਦਲ ਦੀ ਕੀ ਹਾਲਤ ਹੈ। ਮੂਸੇਵਾਲਾ ਇੱਕ ਬਹੁਤ ਵੱਡਾ ਆਰਟਿਸਟ ਪੰਜਾਬ ਦਾ, ਉਹਦੇ ਫਾਦਰ ਸਾਹਿਬ ਸਪੀਚ ਚ ਕਹਿੰਦੇ ਕਿ ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ। ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? भ्रष्टाचार के खिलाफ आंदोलन करने वाले आज देश सब तो बड़े करप्ट पॉलिटिकल आउटफिट हो गई है। ये मैं नहीं कह रहा, ये लोग कह रहे हैं। इत्थे साडा डेटाबेस भी चंगा है, जो ਅਸੀਂ करना है बूथ लेवल ਤੇ ਉਹ ਵੀ ਸਾਨੂੰ पता है, ਉਹ भी हो रहा है। ਇਹਦੇ ਚ बीजेपी ਦੀ ਜਿੱਤ ਹੋਏਗੀ ਇਸ ਇਲੈਕਸ਼ਨ ਵਿੱਚ, ਔਰ ਇਹ ਟਰਨਿੰਗ ਪੁਆਇੰਟ ਹੋਏਗਾ 2024 ਤੇ 2027 ਦੇ ਚੁਣਾਵਾਂ। और अगर थोड़ी मेरी ये डिस्कशन माफ करना 4-5 दिन पहले हो रही होंगी तो मेरी टोन थोड़ी अलग होनी सी। मैं फिर होंदा होप, उम्मीद। आज मैं इसलिए कह रहा क्योंकि मैं देख रहा ग्राउंड लेवल पे जेडे साडे वर्कर है लोगों नाल आके मिल रहे हैं, धमकी दे रहे हैं। रहना तो आपको पंजाब में ही है, काम कराने के लिए तो आप हमारे पास ही आएंगे क्योंकि हमारी सरकार है। और तो ये थ्रेटनिंग लैंग्वेज है। ਇਹੋ जी लैंग्वेज जो कोई इस्तेमाल करना शुरू कर दे, ਉਹਦਾ मतलब ये होता है वो जरा कंट्रोल लूज कर रहे हैं। कांग्रेस पार्टी दे मैं तो कोई जमीन तो कोई खास देख नहीं रहा। ये लोग तंग आ गए ना, पूरी जनरेशन असी खोई है। लोग बाहर इसलिए भेजो, लॉ एंड ऑर्डर खराब है, एक्सटॉर्शन, टारगेटेड किलिंग्स। अगर पंजाब ਨੂੰ ਆਪਣੇ ਵਾਸਤੇ फैसला करना, जहां तक सेंट्रल गवर्नमेंट ਅਸੀਂ ਤਾਂ ਤਿਆਰ ਹਾਂ पैकेज देने वास्ते, जो भी देने वास्ते, बट इनिशिएटिव तो पंजाब तो आएगा। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਕਰਮ ਸਿੰਘ। ਜਲੰਧਰ ਜ਼ਿਮਨੀ ਚੋਣ ਦੇ ਵਿੱਚ ਚੋਣ ਅਖਾੜਾ ਪਖਿਆ ਹੋਇਆ ਹੈ। ਬੀਜੇਪੀ ਪੂਰਾ ਜ਼ੋਰ ਲਾ ਰਹੀ ਹੈ ਇਸ ਵਾਰ ਵੀ, ਔਰ ਬੀਜੇਪੀ ਨੇ ਆਪਣੇ तमाम दिग्गज खिलाड़ी ਚੋਣ ਮੈਦਾਨ ਦੇ ਵਿੱਚ ਉਤਾਰੇ ਆ। ਹਰਦੀਪ ਪੁਰੀ ਜੀ ਵੀ ਲਗਾਤਾਰ ਪ੍ਰਚਾਰ ਕਰ ਰਹੇ ਨੇ, ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਨੇ। ਗੱਲਬਾਤ ਕਰਦੇ ਹਾਂ ਪੁਰੀ ਸਾਹਿਬ ਸਾਡੇ ਨਾਲ। ਪੁਰੀ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਕਿਵੇਂ ਦੇਖਦੇ ਹੋ ਤੁਸੀਂ, ਕੀ ਐਨਾਲਾਈਜ਼ ਕੀਤਾ? ਲੋਕਾਂ ਦੇ ਵਿੱਚ ਲਗਾਤਾਰ ਜਾ ਰਹੇ ਹੋ, ਰਿਸਪੌਂਸ ਕਿਹੋ ਜਿਹਾ ਦੇ ਰਹੇ ਬੀਜੇਪੀ ਨੂੰ ਲੋਕ? ਵਿਕਰਮ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਬਾਈ ਇਲੈਕਸ਼ਨ ਹੈ। ਬਾਈ ਇਲੈਕਸ਼ਨ ਵੀ ਸਿਰਫ 8-10 ਮਹੀਨਿਆਂ ਵਾਸਤੇ ਹੈ ਤੇ ਕੁਝ ਪਾਰਟੀਆਂ ਸ਼ਾਇਦ ਇਹਨੂੰ ਸੀਰੀਅਸ ਨਹੀਂ ਲੈ ਰਹੀਆਂ, ਪਰ ਭਾਰਤੀ ਜਨਤਾ ਪਾਰਟੀ ਜੋ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ, ਦੁਨੀਆ 'ਚ ਸਭ ਤੋਂ ਵੱਡੀ ਪਾਰਟੀ ਹੈ, ਅਸੀਂ ਹਰ ਇੱਕ ਇਲੈਕਸ਼ਨ ਨੂੰ, ਚਾਹੇ ਉਹ ਬਾਈ ਇਲੈਕਸ਼ਨ ਹੋਵੇ, ਹਰ ਇੱਕ ਇਲੈਕਸ਼ਨ ਅਸੀਂ ਸੀਰੀਅਸਲੀ ਲੈਂਦੇ ਹਾਂ। ਸਾਡੇ ਵਾਸਤੇ ਇਹ ਇਲੈਕਸ਼ਨ ਬਹੁਤ ਇੰਪੋਰਟੈਂਟ ਹੈਗੀ। ਉਹ ਇਸ ਲਈ ਕਿਉਂਕਿ ਜਿਹੜਾ ਸਾਡਾ ਗਠਬੰਧਨ ਸੀਗਾ ਅਕਾਲੀਆਂ ਨਾਲ, ਉਹਦੇ ਵਿੱਚ ਅਸੀਂ ਜੂਨੀਅਰ ਪਾਰਟਨਰ ਸੀਗੇ। ਪੰਜਾਬ ਦੀ ਅਸੈਂਬਲੀ 'ਚ 117 ਸੀਟਾਂ ਹੈਗੀਆਂ, ਅਸੀਂ ਕਦੀ 23 ਤੋਂ ਜ਼ਿਆਦਾ ਲੜੇ ਹੀ ਨਹੀਂ। ਇਸ ਲਈ ਜਲੰਧਰ ਵਿੱਚ ਅਸੀਂ ਵੀ ਅੰਗਰੇਜ਼ੀ ਕਹਿੰਦੇ ਨੇ ਵੀ ਆਰ ਕੰਸਪੀਕੂਅਸ ਬਾਈ ਆਰ ਐਬਸੈਂਸ, ਹੈਗੇ ਨਹੀਂ, ਗਰਾਊਂਡ ਲੈਵਲ ਤੇ ਨਹੀਂ ਹੈ। ਹੁਣ ਅਸੀਂ ਜ਼ੀਰੋ ਲੈਵਲ ਤੋਂ ਲੜ ਰਹੇ ਹਾਂ ਤੇ ਜ਼ੀਰੋ ਲੈਵਲ ਤੋਂ ਇਸ ਇਲੈਕਸ਼ਨ ਨੂੰ ਉਠਾਇਆ ਅਸੀਂ। ਇਸ ਵਕਤ ਸਾਡਾ ਪ੍ਰਚਾਰ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ, ਕੈਂਪੇਨਿੰਗ ਵੀ ਸਾਰੇ ਹਲਕਿਆਂ 'ਚ ਹੋ ਰਹੀ ਹੈ। ਮੈਨੂੰ ਤੇ ਜਲੰਧਰ ਕੈਂਟ ਦੇ ਜੇ 60 ਬੂਥ ਹੈਗੇ ਆ, ਉੱਥੇ ਦੀ ਮੈਨੂੰ ਜੋੜਿਆ ਉਹਨਾਂ ਪਾਰਟੀ ਨੇ, ਤੇ ਮੈਨੂੰ ਪੂਰੀ ਉਮੀਦ ਹੈ ਅਸੀਂ ਸਿਰਫ ਇਲੈਕਸ਼ਨ ਜਿੱਤਾਂਗੇ ਨਹੀਂ, ਇਹਦੇ 'ਚ ਅਸੀਂ ਟਰਨਿੰਗ ਪੁਆਇੰਟ ਹੋਗਾ 2024 ਵਾਸਤੇ ਤੇ 2027 ਦੇ ਚੁਣਾਵਾਂ ਵਾਸਤੇ ਵੀ। ਇਹ ਗੱਲ ਕਹੀ ਜਾਂਦੀ ਹੈ, ਕਹਿੰਦੇ ਕਿ ਗਰਾਊਂਡ ਤੇ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਕਹਿੰਦੇ ਕਿ ਇਹਨਾਂ ਕੋਲ ਤਾਂ ਕੋਈ ਕੈਂਡੀਡੇਟ ਹੀ ਹੈ ਨਹੀਂ ਸੀ। ਕਹਿੰਦੇ ਅਕਾਲੀ ਦਲ ਤੋਂ ਬੰਦਾ ਲਿਆ ਕੇ ਰਾਤੋਂ ਰਾਤ ਜੁਆਇਨ ਕਰਾ ਕੇ ਅਗਲੇ ਦਿਨ ਇਹ ਕੌਣ ਕਹਿ ਰਿਹਾ? ਅਕਾਲੀ ਦਲ ਦੇ ਬੰਦੇ ਵੀ ਕਹਿੰਦੇ। ਪਹਿਲੇ ਤੁਸੀਂ ਲੋਕਾਂ ਨੂੰ ਪੁੱਛੋ ਬਾਕੀ ਪਾਰਟੀਆਂ ਦੇ ਕੈਂਡੀਡੇਟ ਕਿੱਥੋਂ ਆਏ ਨੇ। ਅਕਾਲੀਆਂ ਨੂੰ ਇਹ ਕਹਿੰਦੇ ਸਾਡੇ ਕੋਲ ਕੈਂਡੀਡੇਟ ਨੇ, ਸਾਡੇ ਕੋਲ ਕੈਂਡੀਡੇਟ ਹੋ ਕਿਸ ਤਰ੍ਹਾਂ ਸਕਦਾ ਸੀ? ਉਹ ਸੀਗੇ ਵੀ ਸਾਡੇ ਕੋਲ, ਪਰ ਅਕਾਲੀ ਦਲ ਸਾਡੇ, ਅਸੀਂ ਉਹ ਗਠਬੰਧਨ ਸੀਗਾ, ਇਸ ਏਰੀਆ 'ਚ ਉਹਨਾਂ ਨੇ ਸਾਡੇ ਭਾਰਤੀ ਜਨਤਾ ਪਾਰਟੀ ਨੂੰ ਉੱਠਣ ਹੀ ਨਹੀਂ ਦਿੱਤਾ। ਤੇ ਅਸੀਂ ਜਿਹੜੇ ਕੈਂਡੀਡੇਟ ਲਿਆਏ ਆ ਉਹ ਅਕਾਲੀ ਦਲ ਤੋਂ ਆਏ ਨੇ। ਉਹ ਵੀ ਆਏ ਨੇ ਪਹਿਲੇ ਜਿਹੜੇ ਕੈਂਡੀਡੇਟ ਸਰ ਇੰਦਰਵੀਰ ਅਟਵਾਲ, ਕੱਲ ਉਹਨਾਂ ਦੇ ਫਾਦਰ ਸਾਹਿਬ ਵੀ ਜੁਆਇਨ ਕਰ ਗਏ ਨੇ, ਚਰਨਜੀਤ ਸਿੰਘ ਜੀ। ਤੇ ਇਸ ਲਈ ਇੰਜ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈਗਾ ਸੁਸ਼ੀਲ ਰਿੰਕੂ ਜੀ, ਉਹ ਕਿੱਥੋਂ ਆਏ ਨੇ? ਉਹ ਵੀ ਤਾਂ ਇੰਪੋਰਟੈਂਟ ਹੀ ਹੈਗਾ। ਤੇ ਇਸ ਦਾ ਮਤਲਬ ਇਹੋ ਜਿਹੀ ਗੱਲ ਤੇ ਮੈਂ ਸਮਝਦਾ ਬੜੀ ਨਾਨ ਸੀਰੀਅਸ ਗੱਲ ਹੈਗੀ। ਇਸ਼ੂ ਇਹ ਹੈ, ਅਕਾਲੀ ਦਲ ਨੂੰ ਤੁਸੀਂ ਇਹ ਪੁੱਛੋ ਇਸ ਵਕਤ ਅਕਾਲੀ ਦਲ ਦੀ ਕੀ ਹਾਲਤ ਹੈ। ਠੀਕ ਹੈ, ਮੈਂ ਤਾਂ ਤੁਹਾਨੂੰ 100-150 ਲਿਸਟ ਗਿਣਵਾ ਦੇਣਾ ਜਿਹੜੇ ਅਕਾਲੀ ਦਲ ਤੋਂ ਉਹਨਾਂ ਦੇ ਲੀਡਰ ਵਰਕਰ ਸਾਰੇ ਛੱਡ ਕੇ ਸਾਡੀ ਤਰਫ ਆਏ ਨੇ।
ਉਹ ਕੋਈ ਬੀਜੇਪੀ ਨੂੰ ਛੱਡ ਕੇ ਉਹਨਾਂ ਦੀ ਤਰਫ ਗਿਆ ਹੈ? ਕੋਈ ਕੰਮ ਦਾ ਬੰਦਾ ਇਹ ਤਾਂ ਫਿਰ ਇਸ ਲਈ ਅਕਾਲੀ ਦਲ ਨੂੰ ਥੋੜੀ ਇੰਟਰੋਸਪੈਕਸ਼ਨ ਕਰਨੀ ਚਾਹੀਦੀ ਹੈ। ਠੀਕ ਹੈ, ਉਹ ਇਸ ਵਕਤ ਬੈਕਫੁੱਟ ਤੇ ਹੈਗਾ। ਅਕਾਲੀ ਦਲ ਕੋਲੈਪਸ ਹੋ ਰਿਹਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਾਣਾ ਸਾਡੇ ਵਾਸਤੇ ਬੜੀ ਅਫਸੋਸ ਦੀ ਗੱਲ ਹੈ, ਬਟ ਉਸ ਤੋਂ ਇਲਾਵਾ ਪੋਲੀਟੀਕਲ ਰਿਐਲਿਟੀ ਇਹ ਹੈ ਕਿ 13 ਮਹੀਨੇ ਪਹਿਲੇ ਜਿਹੜੇ ਚੁਣਾਵ ਹੋਏ ਸੀਗੇ ਉਹਦੇ ਆਮ ਆਦਮੀ ਪਾਰਟੀ ਨੇ ਇਸ ਲਈ ਗੇਨ ਕੀਤਾ ਸੀਗਾ ਕਿਉਂਕਿ ਜਿਹੜਾ ਮਿਸਰੂਲ ਸੀਗਾ ਅਕਾਲੀਆਂ ਦਾ ਤੇ ਕਾਂਗਰਸ ਦਾ, ਜਨਤਾ ਨੇ ਉਹਦੇ ਖਿਲਾਫ ਫੈਸਲਾ ਦਿੱਤਾ। ਹੁਣ ਇਹ ਜਿਹੜਾ 5 ਸਾਲ ਵਾਸਤੇ ਇਹਨਾਂ ਨੂੰ ਆਕਸੀਜਨ ਮਿਲਣੀ ਸੀ ਆਮ ਆਦਮੀ ਪਾਰਟੀ ਨੂੰ, ਉਹ ਖੋ ਬੈਠੇ ਨੇ ਤੇ ਹੁਣ ਆਮ ਆਦਮੀ ਪਾਰਟੀ ਵੀ ਬੈਕਫੁੱਟ ਤੇ, ਹੁਣ ਇਸ ਵਕਤ ਬੀਜੇਪੀ ਦੀ ਜਿੱਤ ਹੋਏਗੀ। ਪੁਰੀ ਸਾਹਿਬ, ਪੰਜਾਬ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਪ੍ਰਧਾਨ ਮੰਤਰੀ ਸਾਹਿਬ ਨੇ ਜੋ ਖੇਤੀਬਾੜੀ ਕਾਨੂੰਨ ਸੀ ਉਹ ਵਾਪਸ ਲਏ, ਔਰ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਸੀਗੇ 1 ਸਾਲ ਪਹਿਲਾਂ, ਔਰ ਉਦੋਂ ਬੀਜੇਪੀ ਦਾ ਵਿਰੋਧ ਹੋ ਰਿਹਾ ਸੀਗਾ, ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਸੀ, ਕਈ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਹੈਪਨਿੰਗ ਹੋਈ। ਪਰ ਹੁਣ ਤੁਹਾਨੂੰ ਰਿਸਪਾਂਸ ਕੀ ਮਿਲ ਰਿਹਾ ਪਿੰਡਾਂ ਦੇ ਵਿੱਚ? ਜੋ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ। ਜਦੋਂ ਕਾਨੂੰਨ ਅੰਦੋਲਨ ਜਿਹੜੇ ਕ੍ਰਿਸ਼ੀ ਕਾਨੂੰਨ ਜਿਹੜੇ ਹੈਗੇ, ਜਦੋਂ ਕ੍ਰਿਸ਼ੀ ਕਾਨੂੰਨ ਪਾਸ ਕੀਤੇ ਗਏ ਸੀਗੇ ਤਾਂ ਉਸ ਵਕਤ ਦਾ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਦਾ, ਮੈਂ ਕੈਬਨਿਟ ਮੀਟਿੰਗ ਵਿੱਚ ਪ੍ਰੈਜ਼ੈਂਟ ਸੀਗਾ। ਹਰਸਿਮਰਤ ਜੀ ਨੇ ਉਸ ਵਕਤ ਉਹਨਾਂ ਕਾਨੂੰਨਾਂ ਦਾ ਸਵਾਗਤ ਕੀਤਾ ਸੀਗਾ ਔਰ ਕੈਬਨਿਟ ਦੇ ਅੰਦਰ, ਔਰ ਕੁਝ ਉਹਨਾਂ ਦੀਆਂ ਬਾਹਰ ਵੀ ਸਟੇਟਮੈਂਟ ਹੈਗੀਆਂ। ਪਰ ਕੁਝ ਦਿਨ ਬਾਅਦ ਜਦੋਂ ਦੇਖ ਰਿਹਾ ਕਿ ਕੁਝ ਖਿਲਾਫਤ ਹੋ, ਦੇਖੋ ਲੋਕਾਂ ਨੇ ਝੂਠ ਤੇ ਭਰਮ ਫੈਲਾਇਆ ਸੀਗਾ ਕਿ ਇਹਨਾਂ ਕਾਨੂੰਨਾਂ ਨਾਲ ਕੀ ਹੋਏਗਾ ਕਿ ਇੱਕ ਤੇ ਮੰਡੀਆਂ ਬੰਦ ਹੋ ਜਾਣਗੀਆਂ, ਪ੍ਰੋਕਿਉਰਮੈਂਟ ਬੰਦ ਹੋ ਜਾਏਗੀ। ਅਸੀਂ ਉਸ ਵਕਤ ਵੀ ਕਹਿ ਕੇ ਥੱਕ ਗਏ ਕਿ ਪ੍ਰੋਕਿਉਰਮੈਂਟ ਵੀ ਵਧੇਗੀ, ਮੰਡੀਆਂ ਵੀ ਨਹੀਂ ਬੰਦ ਹੋਣਗੀਆਂ। ਇਹ ਤੇ ਕਿਸਾਨ ਭਾਈਆਂ ਨੂੰ ਜ਼ਿਆਦਾ ਸਹੂਲਤਾਂ ਦੇਣੇ ਦੇ ਵਾਸਤੇ ਹੈਗੀਆਂ ਕਿ ਮਤਲਬ ਅਗਰ ਤੁਹਾਡੀ ਫਸਲ ਤੁਹਾਨੂੰ ਲੱਗੇ ਇੱਥੇ ਐਕਸ ਮਿਲ ਰਿਹਾ ਤਾਂ ਤੁਸੀਂ ਆਪਣੇ ਇੰਟਰਨੈਟ ਤੇ ਚੈੱਕ ਕਰੋ, ਦੂਜੀ ਜਗ੍ਹਾ ਤੁਹਾਨੂੰ ਚੰਗਾ ਦਾਮ ਮਿਲ ਜਾਏਗਾ, ਤੇ ਉਸ ਵਾਸਤੇ ਕੀਤਾ ਗਿਆ ਸੀ। ਪਰ ਪ੍ਰਧਾਨ ਮੰਤਰੀ ਜੀ ਨੇ ਫੈਸਲਾ ਬਹੁਤ ਚੰਗਾ ਲਿੱਤਾ ਸੀਗਾ, ਪਰ ਉਹਨਾਂ ਨੇ ਦੇਖਿਆ ਕਿ ਇਸ ਲੋਕ ਇਸ ਨੂੰ ਮਿਸ ਇੰਟਰਪ੍ਰੇਟ ਕਰ ਰਹੇ ਨੇ, ਝੂਠ ਫੈਲਾ ਰਹੇ ਨੇ, ਤਾਂ ਉਹਨਾਂ ਨੇ ਸੋਚਿਆ ਪੰਜਾਬ ਵਾਸਤੇ ਤੇ ਦੇਸ਼ ਵਾਸਤੇ ਚੰਗਾ ਹੋਏਗਾ, ਇਹਨਾਂ ਨੂੰ ਵਾਪਸ ਲੈ ਲਓ। ਜਦੋਂ ਪਿਛਲੇ ਚੁਣਾਵ ਹੋਏ ਸੀਗੇ ਉਸ ਵਕਤ ਮਾਹੌਲ ਕੁਝ ਹੋਰ ਸੀ। ਅੱਜ ਸਾਡੇ ਲੋਕ ਜਾ ਰਹੇ ਨੇ, ਪਿੰਡਾਂ 'ਚ ਵੀ ਜਾ ਰਹੇ ਨੇ, ਪ੍ਰਚਾਰ ਵੀ ਕਰ ਰਹੇ ਨੇ, ਉਹਨਾਂ ਦਾ ਸਵਾਗਤ ਵੀ ਹੋ ਰਿਹਾ ਹੈ, ਤੇ ਭਾਰਤੀ ਜਨਤਾ ਪਾਰਟੀ ਜਿਹੜੀ ਜਲੰਧਰ ਤੇ ਬਾਕੀ ਏਰੀਆਜ਼ ਪੰਜਾਬ ਵਿੱਚ ਜ਼ੀਰੋ ਸੀਗੇ, ਉੱਠੇਗੀ ਇਹਦੇ ਕਾਰਨ। ਯਾਨੀ ਤੁਹਾਨੂੰ ਲੱਗ ਰਿਹਾ ਉੱਪਰ ਇੱਕਦਮ। ਇੱਕ ਚੀਜ਼ ਮੈਂ ਸਵਾਲ ਜਿਹੜਾ ਤੁਸੀਂ ਗੱਲ ਕਹੀ ਹੈ ਇਸ ਚੀਜ਼ ਨੂੰ ਲੈ ਕੇ, ਹਰਸਿਮਰਤ ਬਾਦਲ ਉਹਨਾਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਵਾਗਤ ਕੀਤਾ, ਉਹਨਾਂ ਨੇ ਪ੍ਰੈਸ ਕਾਨਫਰੰਸਿਸ ਵੀ ਹੋਈਆਂ, ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਸਟੈਪ ਬੈਕ ਕੀਤਾ। ਇਹ ਸਵਾਲ ਤੁਹਾਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ। ਦੇਖੋ ਕਿੰਨਾ ਹੋ ਸਕਦਾ, ਜਾਂ ਤੇ ਉਹਨਾਂ ਨੇ, ਅਗਰ ਉਹ ਕਹਿੰਦੇ ਨਹੀਂ ਉਹਨਾਂ ਬੜੇ ਸੀਰੀਅਸਲੀ ਪ੍ਰੋਬਲਮ ਸੀਗੇ, ਪ੍ਰੋਬਲਮ ਕੀ ਸੀਗਾ, ਮੈਨੂੰ ਜੋ ਜਾਣਕਾਰੀ ਮਿਲਿਆ ਕਿ ਇਹਨਾਂ ਦੇ ਆਪਣੇ ਸੂਬਿਆਂ ਚ, ਇਹਨਾਂ ਦੇ ਆਪਣੇ ਏਰੀਆਜ਼ ਵਿੱਚ ਕੁਝ ਲੋਕਾਂ ਨੇ ਵਿਰੋਧ ਕੀਤਾ, ਤਾਂ ਇਹ ਇਹਨਾਂ ਦਾ ਘਰ ਘੇਰ ਲਿਆ ਗਿਆ, ਇਹਨਾਂ ਦਾ ਘਰ ਘੇਰ ਲਿਆ ਗਿਆ ਸੀ। ਤਾਂ ਇਸ ਲਈ ਹਮੇਸ਼ਾ ਹੁੰਦਾ ਹੈਗਾ ਤੁਹਾਡੇ ਵਿਰੋਧ ਵੀ ਉਹਨਾਂ ਨਾਲ ਬੈਠ ਕੇ ਆਰਾਮ ਨਾਲ ਗੱਲ ਕਰੋ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਪਰ ਇਹਨਾਂ ਨੇ ਸੋਚਿਆ ਉਹਦਾ ਕੀ ਤੇ ਉਹਨਾਂ ਨਾਲ ਮਿਲ ਜਾਓ ਤੇ ਚੰਗੀ ਚੀਜ਼ ਨੂੰ ਵੀ ਅਪੋਜ਼ ਕਰ ਦਿਓ। ਪੁਰੀ ਸਾਹਿਬ, ਇੱਕ ਨਾ ਪਰਸੈਪਸ਼ਨ ਜਿਹੜੀ ਹੈ ਬੀਜੇਪੀ ਦੀ ਪੰਜਾਬ ਦੇ ਪ੍ਰਤੀ ਇਹ ਬਣਾਈ ਹੋਈ ਹੈ ਕਿ ਇਹ ਸੁਹਿਰਦ ਨਹੀਂਗੇ ਪੰਜਾਬ ਦੇ ਪ੍ਰਤੀ, ਇਹਨਾਂ ਦੀ ਨੀਅਤ ਠੀਕ ਨਹੀਂ, ਇਸ ਤਰ੍ਹਾਂ ਦੀ ਪਰਸੈਪਸ਼ਨ ਜਿਹੜੀ ਆਮ ਲੋਕਾਂ ਦੇ ਵਿੱਚ ਬਣਾਈ ਗਈ ਵਿਰੋਧੀ ਪਾਰਟੀਆਂ ਦੇ ਵੱਲੋਂ। ਕਿਹਨਾਂ ਨੇ ਬਣਾਈ ਹੈ ਪਹਿਲੇ ਦੇ ਦੇਖ ਲਓ, ਜਿਨ੍ਹਾਂ ਨੇ ਉਹ ਪਰਸੈਪਸ਼ਨ ਬਣਾਈ ਹੈ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਤੁਸੀਂ ਕੀ ਕਹਿ ਰਹੇ ਹੋ। ਪਹਿਲੀ ਗੱਲ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਨਾਲ ਕਹਿਣਾ ਚਾਹੁੰਦਾ ਕਿ ਮੈਂ 39 ਇਅਰਸ 40 ਸਾਲ ਕਰੀਬ ਮੈਂ ਸਿਵਲ ਸਰਵੈਂਟ ਸੀਗਾ। ਅੰਡਰ ਸੈਕਟਰੀ ਤੋਂ ਜਦੋਂ ਸੀਗਾ ਇੰਦਰਾ ਗਾਂਧੀ ਜੀ ਦੇ ਟਾਈਮ ਤੋਂ, ਨਰਸਿਮਹਾ ਰਾਓ ਜੀ ਦੇ ਟਾਈਮ, ਦੇਵਗੌੜਾ ਜੀ ਦੇ ਟਾਈਮ, ਉਸਕੋ ਮੈਂ ਜੁਆਇੰਟ ਸੈਕਟਰੀ ਸੀਗਾ, ਵਾਜਪਾਈ ਜੀ ਦੇ ਟਾਈਮ, ਮਨਮੋਹਨ ਸਿੰਘ ਜੀ ਦੇ ਟਾਈਮ ਮੈਂ ਸੈਕਟਰੀ। ਕਿਸੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਤੇ ਸਿੱਖਾਂ ਵਾਸਤੇ ਨਹੀਂ ਕੀਤਾ ਜੋ ਨਰਿੰਦਰ ਮੋਦੀ ਜੀ ਨੇ ਕੀਤਾ। ਸਾਡੀਆਂ ਸਾਰੀਆਂ ਡਿਮਾਂਡਸ ਉਹਦੇ ਇਲਾਵਾ, ਡਿਮਾਂਡਸ ਦੇ ਇਲਾਵਾ ਉਹਨਾਂ ਨੇ ਕੋਈ ਆਪਣੀ ਤਰਫੋਂ ਚੀਜ਼ਾਂ ਕਹੀਆਂ ਨੇ। ਮੈਂ ਹੁਣ ਤੁਹਾਨੂੰ ਥੋੜੀ ਐਗਜ਼ਾਮਪਲ ਦੇ, ਕਿਉਂ? ਕਿਉਂਕਿ ਜਦੋਂ ਉਹ ਸੰਗਤ ਸੀਗੇ, ਪ੍ਰਭਾਰੀ ਸੀਗੇ, ਉਹ ਪੰਜਾਬ ਵਿੱਚ ਰਹੇ ਹੋਏ ਨੇ, ਉਹਨਾਂ ਨੂੰ ਪੰਜਾਬ ਵਿੱਚ ਉਹਨਾਂ ਦੇ ਕੰਟੈਕਟਸ ਹੈਗੇ, ਤੇ ਉਹਨਾਂ ਦਾ ਜਿਹੜਾ ਹਮੇਸ਼ਾ ਸਾਰੇ ਏਰੀਆਜ਼ ਵਿੱਚ ਲੌਂਗ ਸਟੈਂਡਿੰਗ ਡਿਮਾਂਡ ਸੀਗੀਆਂ ਉਹ ਉਹਨਾਂ ਨੇ ਮੀਟ ਕੀਤੀਆਂ, ਨਵੀਆਂ ਡਿਮਾਂਡਸ ਆਈਆਂ ਉਹਨਾਂ ਨੇ ਉਹ ਮੀਟ ਕੀਤੀਆਂ। ਹੁਣ ਵੀ ਉਹ ਤੇ ਹਮੇਸ਼ਾ ਸਵਾਗਤ ਕਰਦੇ ਨੇ, ਆਓ ਤੁਸੀਂ ਗੱਲ ਕਰੋ ਕੀ ਹੈਗਾ। ਪਰ ਜਿਹੜੇ ਵਿਰੋਧ ਕਰ ਰਹੇ ਨੇ ਉਹ ਵਿਰੋਧ ਕਰ ਰਹੇ ਨੇ
ਆਪੋਜੀਸ਼ਨ ਫॉर ਆਪੋਜੀਸ਼ਨ ਸੇਕ ਉਹਦੇ ਬਾਰੇ ਤਾਂ ਕੋਈ ਰੈਸ਼ਨਲ ਡਿਸਕਸ਼ਨ ਹੋ ਨਹੀਂ ਸਕਦੀ। ਪਰ ਜਿਸ ਤਰੀਕੇ ਨਾਲ ਤੁਹਾਨੂੰ ਇਹ ਵੀ ਨਹੀਂ ਲੱਗਦਾ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਸੀ, ਇਸ ਕਰਕੇ ਵੀ ਤੁਹਾਡੀਆਂ ਗੱਲਾਂ ਅਕਾਲੀ ਨੇ ਇੰਜ ਹੈ, ਅਕਾਲੀ ਦਲ ਦਾ ਇੰਜ ਹੈ ਨਾ, ਗ੍ਰਾਸ ਰੂਟ ਤੱਕ ਪਹੁੰਚ ਨਹੀਂ ਪਾਈਆਂ ਤੁਹਾਡੀਆਂ ਗੱਲਾਂ ਫਿਰ ਬੀਜੇਪੀ ਨਾ, ਅਸੀਂ ਸੀਗੇ ਹੀ ਨਹੀਂ ਗ੍ਰਾਸ ਰੂਟ। ਮੈਂ ਇਹੀ ਗੱਲ ਮੈਂ ਸੀਗੇ ਹੀ ਨਹੀਂ, ਸਾਡੇ ਪਹੁੰਚ ਗਏ। ਤੁਸੀਂ ਗੱਲ ਤਾਂ ਤਦ ਪਹੁੰਚੇਗੇ ਅਗਰ ਤੁਸੀਂ ਮੌਜੂਦ ਹੋ। ਹੁਣ ਸਾਨੂੰ ਬੜਾ ਵਧੀਆ ਹੈ, ਦੇਖੋ ਅਸੀਂ ਤੇ ਗਠਬੰਧਨ ਤੋੜਿਆ ਨਹੀਂ, ਉਹ ਛੱਡ ਕੇ ਗਏ ਨੇ। ਜਦੋਂ ਗਏ ਨੇ ਅਸੀਂ ਕਿਹਾ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਤੇ ਅਸੀਂ ਇਹ ਵੀ ਕਿਹਾ ਕਿ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ, ਕਿਉਂਕਿ ਹੋ ਸਕਦਾ ਕੁਝ ਟਾਈਮ ਤੋਂ ਬਾਅਦ ਸਾਨੂੰ ਵੀ ਸਾਡੀ ਇੱਛਾ ਹੁੰਦੀ ਕਿ ਅਸੀਂ ਛੱਡ ਦਿੰਦੇ, ਪਰ ਉਹ ਛੱਡ ਗਏ ਤਾਂ ਸਾਨੂੰ ਬੜਾ ਫਾਇਦਾ ਹੋਇਆ। ਅਸੀਂ ਜੋ ਆਪਣੀ ਪੁਰਾਣੇ ਇਤਿਹਾਸ ਦੀ ਐਨਾਲਿਸਿਸ ਕੀਤੀ ਉਹਦੇ ਨਾਲ ਇਹ ਹੈ, ਸਾਰੇ ਇਹਨਾਂ ਨੇ ਜੋ ਨਿਰਣੇ ਲਿੱਤੇ ਜਿਹਦੇ ਕਾਰਨ ਇਹਨਾਂ ਦੀ ਆਪਣੀ ਛਵੀ ਖਰਾਬ ਹੋਈ, ਸਾਡਾ ਨਾਂ ਉਹਦੇ ਨਾਲ ਜੁੜ ਜਾਂਦਾ। ਅਸੀਂ ਕਿਸ ਵਾਸਤੇ ਸਟੈਂਡ ਕਰਨੇ ਆ, ਅਸੀਂ ਪੰਜਾਬ ਵਾਸਤੇ ਕੀ ਕਰਨਾ ਚਾਹੁੰਦੇ ਹਾਂ, ਅਸੀਂ ਕਮਿਊਨਿਟੀ ਵਾਸਤੇ। ਸਾਡੀ ਗੱਲ ਤੇ ਇਹਨਾਂ ਨੇ ਅੱਗੇ ਆਣੇ ਨਹੀਂ ਦਿੱਤੀ। ਇਹਨਾਂ ਨੇ ਕਦੀ ਪੰਜਾਬ ਵਿੱਚ ਬੀਜੇਪੀ ਦੇ ਲੀਡਰਸ਼ਿਪ ਨੂੰ ਖੜਾ, ਖਾਸ ਕਰਕੇ ਸਾਫੇ ਵਾਲੇ ਤੇ ਚਾਹੁੰਦੇ ਹੀ ਨਹੀਂ ਸੀਗਾ। ਉਹ ਕਹਿੰਦੇ ਜੀ ਤੁਸੀਂ ਸ਼ਹਿਰਾਂ 'ਚ ਸੰਭਾਲੋ ਨੌਨ ਸਿੱਖ, ਬਟ ਹੁਣ ਦੇਖੋ ਕਿੰਨੇ ਲੋਕ ਸਾਡੇ ਨਾਲ ਮਿਲ ਰਹੇ ਨੇ। ਅਕਾਲੀ ਦਲ ਛੱਡ ਕੇ ਲੋਕ ਆ ਰਹੇ ਨੇ। ਸਾਡਾ ਇੱਥੇ ਵੀ ਜਿਹੜਾ ਕੈਂਡੀਡੇਟ ਹੈ ਉਹ ਅਕਾਲੀ ਦਲ ਤੋਂ ਆਇਆ। ਸਿੱਖ ਕੈਡਰ ਨਹੀਂ ਬਣ ਦਿੱਤਾ ਗਿਆ ਬੀਜੇਪੀ ਦਾ। ਹੁਣ ਜਦੋਂ ਬਣ ਰਿਹਾ ਉਹਨਾਂ ਨੂੰ ਤਕਲੀਫ ਜ਼ਿਆਦਾ ਹੋ ਰਹੀ ਹੈ। ਪਰ ਕੋਈ ਵਿਜ਼ਨ ਕੀ ਹੈ ਬੀਜੇਪੀ ਦਾ ਪੰਜਾਬ ਦੇ ਲਈ? ਦੇਖੋ ਪੰਜਾਬ ਇੱਕ ਸੈਂਸਿਟਿਵ ਬਾਰਡਰ ਸਟੇਟ ਹੈ। ਪੰਜਾਬ ਦੀ ਜੋ ਕੰਟਰੀਬਿਊਸ਼ਨ ਦੇਸ਼ ਵਾਸਤੇ ਨੰਬਰ 1 ਤੇ ਹੈ। ਅਗਰ ਸਾਡੀ ਪੋਪੂਲੇਸ਼ਨ ਅੱਜ 2% ਤੋਂ ਘੱਟ ਹੈ, ਗੈਲੰਟਰੀ ਅਵਾਰਡ ਦੇਖੋ 25% ਸਾਡੇ ਪੰਜਾਬੀ ਸਿੱਖ, ਖਾਸ ਕਰਕੇ ਸਿੱਖ ਔਰ ਪੰਜਾਬੀ ਗੈਲੰਟਰੀ ਅਵਾਰਡਸ ਮਿਲਦੇ ਨੇ। ਮਿਹਨਤ ਵਿੱਚ ਅਸੀਂ ਕਿਸੇ ਦੇ ਪਿੱਛੇ ਨਹੀਂ, ਪਰ ਸਾਡੇ ਕੁਝ ਆਪਣੀਆਂ ਨੀਤੀਆਂ ਸੀਗੀਆਂ, ਅਸੀਂ ਗਲਤੀ ਕਰ ਬੈਠੇ ਹਾਂ। ਪੰਜਾਬ ਇੰਨੀ ਵੱਡੀ ਸਟੇਟ ਸੀਗੀ, ਅਰੇ ਪਤਾ ਨਹੀਂ ਉਹਨੂੰ ਪੰਜਾਬੀ ਸੂਬਾ ਲੈ ਕੇ ਇੰਨਾ ਜਿਹਾ ਰਹਿ ਗਿਆ ਸਟੇਟ। ਉੱਥੇ ਵੀ ਅਸੀਂ ਆਪਣੇ ਨਿਆਣਿਆਂ ਨੂੰ ਬਾਹਰ ਭੇਜ ਰਹੇ ਹਾਂ ਤੇ ਬਾਕੀ ਲੋਕ ਇੱਥੇ ਅੰਦਰ ਆ ਰਹੇ ਨੇ। ਨਥਿੰਗ ਰੋਂਗ ਵਿਦ ਦੈਟ। ਤੁਸੀਂ ਜਾ ਕੇ ਸੈਟਲ ਕਰਨਾ ਚਾਹੋ ਕੋਇੰਬਟੋਰ ਚ, ਮੁੰਬਈ, ਦੂਜੀ ਗੱਲ ਹੈ। ਫਿਲਮ ਇੰਡਸਟਰੀ ਜਾਓ ਤੁਸੀਂ ਮੁੰਬਈ, ਤੁਸੀਂ ਗੁਜਰਾਤ ਜਾਓ ਬਿਜ਼ਨਸ ਕਰਨਾ ਹੈ, ਉੱਤਰ ਪ੍ਰਦੇਸ਼ ਜਾਓ, ਬੜੀ ਖੁਸ਼ੀ ਨਾਲ ਜਾਓ। ਬਟ ਬੀਜੇਪੀ ਚਾਹੇਗੀ ਕਿ ਪੰਜਾਬ ਆਪਣੀ ਪੈਰਾਂ ਤੇ ਖੜਾ ਹੋਏ। ਜੋ ਉਹਦੇ ਵਾਸਤੇ ਇਨਵੈਸਟਮੈਂਟ ਦੀ ਜ਼ਰੂਰਤ ਹੈ, ਬੀਜੇਪੀ ਲਿਆਏਗੀ ਉਸ ਇਨਵੈਸਟਮੈਂਟ ਨੂੰ। ਔਰ ਪੰਜਾਬ ਨੂੰ ਉਹ ਜਿਹੜੇ 1980 ਤੋਂ ਪਹਿਲੇ ਸਥਿਤੀ ਹੁੰਦੀ ਸੀ, ਅਸੀਂ ਦੇਸ਼ 2, 3 ਜਾਂ 4, 5 ਨੰਬਰ ਤੇ ਸੀਗੇ, ਹੁਣ ਤੇ ਅਸੀਂ ਗਿਰ ਕੇ 19, 20 ਨੰਬਰ ਤੇ ਪਹੁੰਚ ਗਏ। ਤੇ ਹੋਰ ਗਿਰਨ ਦੀ ਜਗ੍ਹਾ ਨਹੀਂ ਹੈ ਨਾ, ਕਿਉਂਕਿ ਹੋਰ ਸਟੇਟਸ ਨਹੀਂ ਨਾ ਜ਼ਿਆਦਾ। ਪਰ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਸੀ ਕਿ ਕਾਨੂੰਨ ਵਿਵਸਥਾ ਅਸੀਂ ਠੀਕ ਕਰਾਂਗੇ, ਸਾਰੀਆਂ ਚੀਜ਼ਾਂ, ਪਰ ਆਏ ਦਿਨ ਫਰੋਤੀਆਂ ਕਾਲਸ ਗੈਂਗਸਟਰਾਂ ਦੀਆਂ ਪਿੰਡਾਂ ਦੇ ਵਿੱਚ ਬੀਜੇਪੀ ਆਗੂਆਂ ਨਾਲ ਗੱਲ ਹੋਈ। ਮੇਰਾ ਸਵਾਲ ਕੰਪਲੀਟ ਹੋ ਲੈਂਦੇ। ਉਹ ਕਹਿੰਦੇ ਕਿ ਯੋਗੀ ਦੀ ਯਾਦ ਆ ਰਹੀ। ਸਿੱਧੂ ਮੂਸੇਵਾਲਾ ਇੱਕ ਬਹੁਤ ਵੱਡਾ ਆਰਟਿਸਟ ਪੰਜਾਬ ਦਾ, ਉਹਦੇ ਫਾਦਰ ਸਾਹਿਬ ਸਪੀਚ 'ਚ ਕਹਿੰਦੇ ਕਿ ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ। ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? देखो जी, इंजा योगी जी ने जो उत्तर प्रदेश किया, मूसेवाला साहब जो फादर साहब है जो कह रहे हैं, मेरा अपना इमोशनल अटैचमेंट है उस चीज नाल। मैं उत्तर प्रदेश तो इलैक्टेड हाँ। देखो 2 मॉडल है लॉ एंड ऑर्डर दे। एक है वो बिहार वाला जिथे गैंगस्टर जिन्हें IAS अफसर की हत्या की सी, उन्होंने तुसी जेल चो कट दिता है। ते दूजा योगी जी का मॉडल, और योगी जी का मॉडल जो है ये बड़ा बेसिक मॉडल है कि अगर तुसी कानून के खिलाफ हो या तो चुप करके स्टेट छड़ दो या स्टेट चुप करके रहो। पर तुसी ये रहोगे स्टेट भी रहोगे तो हंगामा भी बचाओगे तो फिर स्टेट मशीनरी तुहाडे नाल डील करेगी। ठीक है, वो लोग बड़ी उन्होंने बट वो कहते प्रूफ ऑफ द पुडिंग इज इन द ईटिंग। बाकी स्टेट तो इंडस्ट्री छड़ के उत्तर प्रदेश जा रही है, लॉ एंड ऑर्डर इंप्रूव हो गए, उन्होंने विकास का काम फर्स्ट क्लास हो रहा। आम आदमी पार्टी दी इस वक्त तुसी हालत देखो, दिल्ली 2 मंत्री उन्होंने बंद ने, ठीक है, तीजे के खिलाफ आरोप लग रहे हैं। वो कहते तुसी धक्का करदे हो उन्हां नाल, असीं धक्का करने आ। महाराज कोई आदमी ने कुछ किया होना तो अगे केस बनया ना। अच्छा उन्हें अच्छा असीं धक्का करने आ। एक इन्हां दा मंत्री है, पता नहीं किस चीज का मंत्री है, उसके खिलाफ आजकल एक वीडियो क्लिप चल रही है। वो पहले कह रहे झूठ है। इत्थों दे तुहाडे पंजाब दे मंत्री ने, हां पंजाब दे मंत्री सिरसा हुणां ने ट्वीट कीता। लालचंद सिरसा जी ने, मैं नाम अंदर मंत्री दा भुल गया। लालचंद कटारू जा, हां लालचंद जी। लालचंद जी दी एक वीडियो बनी है। पहले कहते ने ये भी ठीक नहीं है। उन्होंने की हो रहा, वो जिस बच्चे नाल होया उन्हें खुद आके केस फाइल किया। तो देखो आम आदमी पार्टी आज तुहाडे सामने प्रेस कॉन्फ्रेंस आन जोगी नहीं है, क्योंकि आएगी तो यही सवाल पूछे जाएंगे कि जी क्या कटारा चुक की ना है, कटारू चक, लालचंद कटारू चक, लालचंद कटारू चक, लालचंद कटारू चक। हाँ जी, उदा की होया
ਉਹ ਜੈਨ ਸਾਹਿਬ ਜਿਹੜੇ ਅੰਦਰ ਆਪਣਾ ਮਸਾਜ ਕਰਵਾ ਰਹੇ ਸੀ ਤਿਉਹਾਰ ਚ, ਉਹਨਾਂ ਦਾ ਕੀ ਹੋਇਆ? ਇਹ ਦੂਜੇ ਜਿਹੜੇ ਮਨੀਸ਼ ਸਿਸੋਡੀਆ ਨੇ, ਹੁਣ ਰਾਘਵ ਚੱਡਾ ਜੀ ਦੇ ਵੀ ਨਾਂ ਆ ਗਿਆ। ਤਾਂ ਦੇਖੋ ਇਹ ਸਥਿਤੀ ਸਾਡੀ ਇਸ ਵਕਤ ਹੈ ਕਿ ਇਹ ਪਾਰਟੀ ਕਿੱਥੋਂ ਸ਼ੁਰੂ ਹੋਈ ਸੀ? ਇਹਨਾਂ ਦਾ ਸ਼ੁਰੂਆਤ ਹੋਈ ਸੀ ਭ੍ਰਸ਼ਟਾਚਾਰ ਦੇ ਅੰਦੋਲਨ, ਅੰਨਾ ਹਜ਼ਾਰੇ ਜੀ ਦਾ ਉਹ ਜਿਹੜਾ ਅੰਦੋਲਨ ਸੀਗਾ। ਤੇ ਇਹ ਭ੍ਰਸ਼ਟਾਚਾਰ ਦੇ ਖਿਲਾਫ ਅੰਦੋਲਨ ਕਰਨੇ ਵਾਲੇ ਅੱਜ ਦੇਸ਼ ਵਿੱਚ ਸਭ ਤੋਂ ਵੱਡੇ ਕਰਪਟ ਪੋਲੀਟੀਕਲ ਆਊਟਫਿਟ ਹੋ ਗਈ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਲੋਕ ਕਹਿ ਰਹੇ ਨੇ। ਉਹ ਆਮ ਆਦਮੀ ਦਾ ਇੱਕ ਤੇ ਸ਼ੀਸ਼ ਮਹਿਲ ਬਣ ਗਿਆ ਦਿੱਲੀ, ਉਹ ਸ਼ੀਸ਼ ਮਹਿਲ ਬਣ ਗਿਆ, ਉਹ ਟਾਈਮਜ਼ ਨਾਓ ਜਿਹੜਾ ਚੈਨਲ ਹੈਗਾ ਉਹਨਾਂ ਦੀ ਇਹਨਾਂ ਨੇ ਕੋਰਸਪੋਂਡੈਂਟ ਅਰੈਸਟ ਕਰ ਲਈ ਹੈ। ਅਖੀਰਲਾ ਮੇਰਾ ਸਵਾਲ ਹੈ, ਜਲੰਧਰ ਇਲੈਕਸ਼ਨ ਤੇ ਆਉਂਦੇ ਆ ਪੁਰੀ ਸਾਹਿਬ, ਜਲੰਧਰ ਇਲੈਕਸ਼ਨ ਨੂੰ ਕਿਵੇਂ ਕਿੱਥੇ ਖੜਾ ਦੇਖ ਰਹੇ ਹੋ ਤੁਸੀਂ ਬੀਜੇਪੀ ਨੂੰ? ਔਰ ਪਹਿਲੇ ਦੂਜੇ ਤੀਜੇ ਦਾ ਕਹਿੰਦੇ ਬੀਜੇਪੀ ਕੋਲ ਨਾ ਜਿਹੜੇ ਡੇਟਾਬੇਸ ਬਹੁਤ ਮਜ਼ਬੂਤ ਹੈ, ਪਹਿਲੇ ਦੂਜੇ ਤੀਜੇ ਚੌਥੇ ਦਾ ਅੰਕਲਨ 15 ਦਿਨ ਪਹਿਲਾਂ ਲਾ ਲੈਂਦੇ ਆ। ਇੱਥੇ ਸਾਡਾ ਡੇਟਾਬੇਸ ਵੀ ਚੰਗਾ ਹੈ, ਜੋ ਅਸੀਂ ਕਰਨਾ ਹੈ ਬੂਥ ਲੈਵਲ ਤੇ ਉਹ ਵੀ ਸਾਨੂੰ ਪਤਾ ਹੈ, ਉਹ ਵੀ ਹੋ ਰਿਹਾ। ਇਹਦੇ ਚ ਬੀਜੇਪੀ ਦੀ ਜਿੱਤ ਹੋਏਗੀ ਇਸ ਇਲੈਕਸ਼ਨ ਵਿੱਚ, ਔਰ ਇਹ ਟਰਨਿੰਗ ਪੁਆਇੰਟ ਹੋਏਗਾ 2024 ਤੇ 2027 ਦੇ ਚੋਣਾਂ ਵਾਸਤੇ। ਤੁਸੀਂ ਬਹੁਤ ਵੱਡਾ ਦਾਅਵਾ ਵੀ ਕਰ ਰਹੇ ਹੋ, ਹਾਲਾਂਕਿ ਤੁਹਾਡੀ ਲੀਡਰਸ਼ਿਪ ਜਿਹੜੀ ਹੈ ਗਰਾਊਂਡ ਦੇ ਉੱਪਰ ਜਾ ਰਹੀ ਹੈ ਹੁਣ ਜਿਸ ਤਰੀਕੇ ਨਾਲ ਜਿੱਤਣ ਦਾ। ਮੈਨੂੰ ਤਾਂ 8 ਦਿਨ ਹੋ ਗਏ ਨੇ ਇੱਥੇ ਆਇਆ, ਅੱਜ 8ਵਾਂ ਦਿਨ ਹੈ ਮੇਰਾ। ਮੈਂ 1 ਤਰੀਕ ਵਾਪਸ ਆਇਆ ਸੀਗਾ, 1 ਤੋਂ ਅੱਜ, ਤੇ ਮੈਂ 8 ਤਰੀਕ ਤੱਕ ਰਵਾਂਗੇ ਜੋ ਪੋਸੀਬਲ ਹੈ ਇਲੈਕਸ਼ਨ ਸਿਸਟਮ ਵਿੱਚ 5 ਵਜੇ ਤੱਕ। ਅਗਰ ਤੁਹਾਡੀ ਮੇਰੀ ਇਹ ਡਿਸਕਸ਼ਨ ਮਾਫ ਕਰਨਾ 4-5 ਦਿਨ ਪਹਿਲੇ ਹੋ ਰਹੀ ਹੁੰਦੀ ਤੇ ਮੇਰੀ ਟੋਨ ਥੋੜੀ ਅਲੱਗ ਹੋਣੀ ਸੀ, ਮੈਂ ਫਿਰ ਹੁੰਦਾ ਹੋਪ, ਉਮੀਦ। ਅੱਜ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਮੈਂ ਦੇਖ ਰਿਹਾ ਗਰਾਊਂਡ ਲੈਵਲ ਤੇ ਜਿਹੜੇ ਸਾਡੇ ਵਰਕਰ ਹੈਗੇ ਉਹ ਲੋਕਾਂ ਨਾਲ ਲਾ ਕੇ ਮਿਲ ਰਹੇ ਨੇ, ਉਹਨਾਂ ਦਾ ਕੀ ਰਿਸਪੌਂਸ ਆ ਰਿਹਾ। ਪਰ ਮੈਂ ਇੱਕ ਹੋਰ ਚੀਜ਼ ਦੇਖ ਰਿਹਾ, ਬਾਕੀ ਪਾਰਟੀਆਂ ਇਹੋ ਜਿਹਾ ਪ੍ਰਚਾਰ ਕਰ ਨਹੀਂ ਰਹੀਆਂ। ਇਹ ਕਿਉਂ ਨਹੀਂ ਕਰ ਰਹੀਆਂ ਮੈਨੂੰ ਪਤਾ ਨਹੀਂ। ਪਰ ਤੀਜੀ ਗੱਲ ਜੋ ਮੈਂ ਕਹਿ ਰਿਹਾ, ਪਹਿਲੀ ਵਾਰੀ ਮੈਂ ਦੇਖ ਰਿਹਾ ਇਹ ਜਿਹੜੀ ਆਮ ਆਦਮੀ ਪਾर्टी ਦੀ ਲੀडरशिप है थोड़ी जी डेस्परेट लग रही है। केजरीवाल जी धमकी दे रहे हैं, रहना तो आपको पंजाब में ही है, काम कराने के लिए तो आप हमारे पास ही आएंगे क्योंकि हमारी सरकार है। और तो ये थ्रेटनिंग लैंग्वेज है। ਇਹੋ ਜੀ ਲੈਂਗੁਏਜ ਜਦੋਂ ਕੋਈ ਇਸਤੇਮਾਲ ਕਰਨਾ ਸ਼ੁਰੂ ਕਰ ਦੇ ਉਹਦਾ ਮਤਲਬ ਇਹ ਹੁੰਦਾ ਉਹ ਜਰਾ ਕੰਟਰੋਲ ਲੂਜ਼ ਕਰ ਰਹੇ ਨੇ। ਇੱਕ ਸਵਾਲ ਮੇਰਾ ਛੋਟਾ ਜਿਹਾ ਇਸੇ ਦੇ ਨਾਲ ਹੀ ਰਿਲੇਟ ਕਰਦਾ ਕਿ ਜਦ ਤੁਹਾਡੇ ਕੋਲ ਐਮਐਲਏਜ਼ ਨਹੀਂ ਹੈ, ਹਾਲਾਂਕਿ ਅਸੀਂ ਲੜੇ ਹੀ ਨਹੀਂ ਆ ਯਾਰ, ਲੜੇ ਨਹੀਂ। ਮੈਂ ਉਹੀ ਕਹਿ ਰਿਹਾ ਜਦੋਂ ਹੁਣ ਤੁਸੀਂ ਇਲੈਕਸ਼ਨ ਲੜੇ ਇੰਡੀਪੈਂਡੈਂਟ ਹੋ ਕੇ, ਉਸ ਤਰ੍ਹਾਂ ਦਾ ਸਪੋਰਟ ਜਿਹੜਾ ਹੌਲੀ ਹੌਲੀ ਤੁਸੀਂ ਕਹਿ ਰਹੇ ਹੋ ਮਿਲਣਾ ਸ਼ੁਰੂ ਹੋਇਆ। ਬਾਕੀ ਪਾਰਟੀਆਂ ਕਹਿੰਦੀਆਂ ਸਾਡੇ ਕੋਲ ਐਮਐਲਏ, ਆਮ ਆਦਮੀ ਪਾਰਟੀ ਕਹਿ ਰਹੀ ਸਾਡੀ ਸਰਕਾਰ ਵੀ ਹੈਗੀ। ਉਹਨਾਂ ਕੋਲ ਐਮਐਲਏ ਹੈ, ਉਹਨਾਂ ਪਰ ਐਮਐਲਏ ਅਗਰ ਉਹਨਾਂ ਕੋਲ ਹੈਗੇ ਜਿਹੜੇ, ਪਰ ਉਹਨਾਂ ਕੋਲ ਜਨਤਾ ਦੀ ਸਪੋਰਟ ਨਹੀਂ। ਮੈਂ ਦੱਸਣਾ ਜੀ, ਕਿਸਾਨ ਅੰਦੋਲਨ ਕਦੋਂ ਸ਼ੁਰੂ ਹੋਇਆ ਮੈਨੂੰ ਦੱਸੋ? 19 ਸਤੰਬਰ 20 21 ਹਾਂਜੀ। ਜਿਹੜਾ 22 ਦਾ ਇਲੈਕਸ਼ਨ ਹੋਇਆ ਇੱਥੇ, ਉਸ ਵਕਤ ਤੱਕ ਉਹਦਾ ਇੰਪੈਕਟ ਇਹ ਸੀਗਾ ਕਿ ਸਾਡੇ ਲੋਕ ਘਰੋਂ ਨਹੀਂ ਨਿਕਲ ਸਕਦੇ ਸੀਗੇ, ਜੋ ਵੀ ਹੋਇਆ ਚੰਗਾ ਮਾੜਾ। ਹੁਣ ਲੋਕਾਂ ਨੂੰ ਜਿਹੜੇ 13 ਮਹੀਨੇ ਪਹਿਲੇ ਜਿਹੜੇ ਚੁਣਾਵ ਹੋਏ ਨੇ ਉਹਦੀ ਪੂਰੀ ਸਮਝ ਆਣੀ ਸ਼ੁਰੂ ਹੋਈ ਹੈ। ਹੁਣ ਲੋਕ ਅਸਰਟ ਕਰ ਰਹੇ ਨੇ। ਆਪ ਜਾ ਕੇ ਤੁਸੀਂ ਤਾਂ ਜਾਣਦੇ ਹੋ, ਤੁਸੀਂ ਤੁਹਾਡਾ ਚੈਨਲ ਹੈ, ਤੁਸੀਂ ਜਾਓਗੇ ਲੋਕਾਂ ਨਾਲ ਗੱਲ ਕਰੋਗੇ। ਹੁਣ ਇਸ ਵਕਤ ਮੂਡ ਇਹ ਹੈ ਕਿ ਠੀਕ ਹੈ ਅਸੀਂ ਅਕਾਲੀ ਵੀ ਦੇਖ ਲਏ, ਕਾਂਗਰਸ ਪਾਰਟੀ ਤਾਂ ਹੈ ਹੀ, ਕਾਂਗਰਸ ਪਾर्टी दोनों अकाली तो पार्टीज कोलैप्स कर रही हैं। कैंडिडेट तो मेरे तो मैं जा ही नहीं रहा क्योंकि संतोख सिंह जी दी वाइफ लड़ रही है, वो पॉलिटिकल बीइंग नहीं है। और कांग्रेस पार्टी दी एक देखो, बीजेपी तो देखो सारी बीजेपी पार्टी लगी हुई है, नेशनल पंजाब दे लोग इतने इस वक्त जलंधर च आ रहे हैं। कांग्रेस पार्टी दे मैं तो कोई जमीन तो कोई खास देख नहीं रहा। आम आदमी पार्टी इस वक्त घिरी हुई है इन्ह चीजा करो। और जो उन्होंने पंजाब के बारे वादे किए थे, नशा हटा देंगे, करप्शन हटा देंगे, वो सारे में उल्टा पड़ गया उनको। इसलिए मैं कह रहा बीजेपी जरा वोटर वो कहते हैं बीजेपी जिथे सरकार हुई, पहली मोटी गल तो जिथे भी बीजेपी की सरकार है नशे की प्रॉब्लम इंज नहीं हो सकती, न हो ही नहीं सकती नशे की, क्योंकि बीजेपी का अपना वैल्यू सिस्टम है। मैं नहीं कह रहा, देखो मैं नहीं कह रहा कि बीजेपी रूल स्टेट हुए तो नशा पूरा खत्म हो जाएगा, मैं नहीं कह रहा, वो थोड़ा जा होएगा इधर उधर, पर एक खुलेआम सिंथेटिक ड्रग्स या फैक्ट्रियां हैगियां इत्थे। अगर एडिक्ट नो पता है कित्थों चिट्टा मिलना है तो पुलिस वाले नहीं पता। अगर पुलिस वाले नो पता है तो उन्हें पुलिस वाला प्रोटेक्शन किस तरह दे रहा है, उन्हें पोलिटिकल प्रोटेक्शन होगी, तो प्रोटेक्शन तो उत्तों आंदी है। इसे खुलेआम इत्थे नशे दी फैक्ट्रियां चल रही ने, ये लोग तंग आ गए ना, पूरी जनरेशन असी खोई है। लोग बाहर इसलिए भेजो, लॉ एंड ऑर्डर खराब है, एक्सटॉर्शन, टारगेटेड
ਕਿਲਿੰਗਸ ਅਗਰ ਪੰਜਾਬ ਨੂੰ ਆਪਣੇ ਵਾਸਤੇ ਫੈਸਲਾ ਕਰਨਾ ਜਹਾਂ ਤੱਕ ਸੈਂਟਰਲ ਗਵਰਨਮੈਂਟ ਅਸੀਂ ਤਾਂ ਤਿਆਰ ਹਾਂ ਪੈਕੇਜ ਦੇਣ ਵਾਸਤੇ ਜੋ ਵੀ ਦੇਣ ਵਾਸਤੇ ਬਟ ਇਨੀਸ਼ੀਏਟਿਵ ਤਾਂ ਪੰਜਾਬ ਤੋਂ ਆਏਗਾ ਬਹੁਤ ਸ਼ੁਕਰੀਆ ਪੁਰੀ ਸਾਹਿਬ ਥੈਂਕ ਯੂ ਬਹੁਤ ਧੰਨਵਾਦ। ਥੈਂਕ ਯੂ ਤਾਂ ਹਰਦੀਪ ਸਿੰਘ ਪੁਰੀ ਸਾਡੇ ਨਾਲ ਸਨ ਕਹਿੰਦੇ ਕਿ ਪੰਜਾਬ ਨੇ ਫੈਸਲਾ ਕਰਨਾ ਹੈ ਕਿਉਂਕਿ ਅਸੀਂ ਤਾਂ ਸਭ ਕੁਝ ਪੰਜਾਬ ਨੂੰ ਦੇਣ ਦੇ ਲਈ ਤਿਆਰ ਹਾਂ ਹੁਣ ਦੇਖਣਾ ਇਹ ਹੈ ਜਲੰਧਰ ਦੇ ਲੋਕ ਫੈਸਲਾ ਕੀ ਕਰਦੇ ਆ ਪੰਜਾਬ ਦੇ ਲੋਕ ਫੈਸਲਾ ਕੀ ਕਰਦੇ ਆ ਪਰ ਬੀਜੇਪੀ ਪੂਰੀ ਕੌਨਫੀਡੈਂਟ ਨਜ਼ਰ ਆ ਰਹੀ ਹੈ ਬੀਜੇਪੀ ਕਹਿ ਰਹੀ ਹੈ ਕਿ ਜਲੰਧਰ ਜ਼ਿਮਨੀ ਚੋਣ ਤਾਂ ਬੀਜੇਪੀ ਹੀ ਜਿੱਤੇਗੀ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਜਲੰਧਰ